तेरा रूप अगम है, अनूप तेरा दर्शारा। तेरा रूप अगम है, अनूप तेरा दर्शारा। तेरा दर्शारा, रूप तेरा दर्शारा, रूप तेरा दर्शारा, रूप तेरा गुरु प्यारे साध संगत जीओ, आओ समाई पाई खंडा ब्रह्मंडा दे मालिक साहिब श्री गुरु ग्रंथ साहिब महाराज जी नूं शीश झुकाइए, हथ जोड़ के फतेह दा सिमरन करिए। वाहिगुरु जी का खालसा, वाहिगुरु जी की फतेह। सतगुरु महाराज जी की अपार कृपा बख्शिश हुई है। कलयुग के भयानक समय के अंदर समरथ गुरु की शरण, शिव सलाह ते सत्संग दियां सुभाग घड़ियां प्राप्त हो रही हैं। इस पावन स्थान ते जिथे धुर की बाणी आई, तिन सगली चिंत मिटाई दे जाप चलते रहते हैं और सतगुर सच्चे पातशाह जी की महान बख्श दे सदका गुरबाणी दे कीर्तन कथा अते गुरमत विचारां संगतां सरवण करके शुद्ध गुरु नाल जुड़दियां हन। दास करीब 15 साल तो बाद USA आके इस स्थान नूं नमस्कार कर रहा है।
ਔਰ ਦੱਸਿਆ ਗਿਆ ਕਿ 3 ਦਿਨ ਦਾ ਜਿਹੜਾ ਸਮਾਗਮ ਹੈ, ਜਿਹਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਸਾਰੀਆਂ ਸੰਗਤਾਂ ਪਿਆਰ ਅਤੇ ਸ਼ਰਧਾ ਨਾਲ ਮਨਾ ਰਹੀਆਂ ਹਨ। ਦਾਸ ਤੋਂ ਪਹਿਲਾਂ ਪੰਜਾਬ ਤੋਂ ਆਏ ਪੰਥ ਦੇ ਪ੍ਰਸਿੱਧ ਢਾਡੀ ਜਥੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦਿਲਬਰ, ਜਿਨ੍ਹਾਂ ਪਾਸੋਂ ਆਪ ਜੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿਫਤ-ਸਲਾਹ, ਗੁਰ ਇਤਿਹਾਸ ਅਤੇ ਢਾਡੀ ਵਾਰਾਂ ਬੜੇ ਪਿਆਰ ਨਾਲ ਸਰਵਣ ਕੀਤੀਆਂ ਹਨ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਦਾਸ ਤੋਂ ਪਹਿਲਾਂ ਆਪ ਜੀ ਸਰਵਣ ਕਰ ਰਹੇ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਨਾਮ ਪਹਿਲਾਂ ਭਾਈ ਜੇਠਾ ਜੀ ਹੈ, ਤੇ ਉਹਨਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦੀ ਕਿੰਨੀ ਰਹਿਮਤ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਤੇ ਆਨੰਦ ਕਾਰਜ ਬਾਬਾ ਜੇਠਾ ਜੀ ਦੇ ਨਾਲ ਕੀਤੇ, ਜਿਹੜੇ ਧੰਨ ਗੁਰੂ ਰਾਮਦਾਸ ਬਣ ਕੇ ਸਦਾ ਹੀ ਸੰਸਾਰ ਦਾ ਸਹਾਰਾ ਬਣ ਗਏ। ਮਾਤਾ ਭਾਨੀ ਜੀ ਜਿਹੜੇ ਇਤਿਹਾਸ ਵਿੱਚ ਇੱਕ ਐਸੇ ਹਨ ਜਿਨ੍ਹਾਂ ਦੀ ਮਿਸਾਲ ਹੋਰ ਨਹੀਂ ਮਿਲਦੀ, ਜਿਨ੍ਹਾਂ ਦੇ ਪਿਤਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਔਰ ਜਿਨ੍ਹਾਂ ਦੇ ਪਤੀ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਸਾਹਿਬਜ਼ਾਦੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਪੋਤਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪੜੋਤਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਤੇ ਜਿਨ੍ਹਾਂ ਦੇ ਪੋਤਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹ ਮਾਤਾ ਭਾਨੀ ਜੀ ਤੇ ਇਤਿਹਾਸ ਵਿੱਚ ਆਉਂਦਾ ਕਿ ਬੀਬੀ ਭਾਨੀ ਜੀ ਦੇ ਰੂਪ ਵਿੱਚ ਉਹ ਪਿਤਾ ਸਤਿਗੁਰੂ ਦੀ ਕਿੰਨੀ ਸੇਵਾ ਕਰਦੇ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੀ ਤੇ ਬੈਠ ਕੇ ਸਿਮਰਨ ਕਰ ਰਹੇ ਨੇ, ਤੇ ਉਸ ਚੌਂਕੀ ਦਾ ਪਾਵਾ ਟੁੱਟ ਗਿਆ ਤੇ ਬੀਬੀ ਭਾਨੀ ਜੀ ਨੇ ਇੱਕਦਮ ਆਪਣਾ ਹੱਥ ਥੱਲੇ ਕਰ ਦਿੱਤਾ, ਕਿਤੇ ਪਿਤਾ ਸਤਿਗੁਰੂ ਜੀ ਦਾ ਸਰੀਰ ਬਿਰਧ ਹੈ ਤੇ ਕਿਤੇ ਚੋਟ ਨਾ ਲੱਗ ਜਾਵੇ। ਉਹ ਪਾਵਾ ਆਪ ਜੀ ਦੇ ਹੱਥ 'ਚ ਖੁੱਭ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਵੇਲੇ ਨੇਤਰ ਖੋਲ੍ਹੇ ਤੇ ਦੇਖਿਆ ਤੇ ਕਹਿਣ ਲੱਗੇ, ਬੇਟੀ ਭਾਨੀ, ਤੇਰੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪ੍ਰਵਾਨ ਹੈ, ਤੇ ਜੋ ਮੰਗਣਾ ਮੰਗ ਲੈ। ਉਸ ਵੇਲੇ ਕੀ ਮੰਗਿਆ? ਆਪ ਤੁਸੀਂ ਦੇਖੋ ਕਿ ਮਾਤਾਵਾਂ ਆਪਣੇ ਪਰਿਵਾਰ ਵਾਸਤੇ, ਆਪਣੀ ਅੰਸ਼ ਵਾਸਤੇ, ਆਪਣੀ ਔਲਾਦ ਵਾਸਤੇ ਦੁਨਿਆਵੀ ਸੁਖ, ਰਾਜ, ਭਾਗ, ਧਨ ਦੌਲਤਾਂ ਮੰਗਦੀਆਂ ਹਨ, ਪਰ ਧੰਨ ਮਾਤਾ ਭਾਨੀ ਜੀ ਨੇ ਕੀ ਮੰਗਿਆ? ਉਹਨਾਂ ਦੀ ਅਵਸਥਾ ਬ੍ਰਹਮ ਗਿਆਨ ਦੀ ਹੈ, ਭਾਵ ਬ੍ਰਹਮ ਗਿਆਨੀ, ਜੋ ਸਮਾਂ ਨਿਕਲ ਚੁੱਕਾ ਹੈ ਉਹ ਵੀ ਸਾਹਮਣੇ ਹੈ, ਤੇ ਆਉਣ ਵਾਲਾ ਵੀ ਸਮਾਂ, ਫਿਊਚਰ, ਭਵਿੱਖ ਤੇ ਸਾਹਮਣੇ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ। ਉਹ ਜਾਣਦੇ ਨੇ ਕਿ ਇਸ ਗੱਦੀ ਦੇ ਪੰਜਵੇਂ ਸਤਿਗੁਰੂ ਨੇ ਤੱਤੀ ਲੋਹ ਤੇ ਬੈਠ ਕੇ ਗਰਮ ਰੇਤ ਦੇ ਕੜਛੇ ਸੀਸ ਵਿੱਚ ਪਾਉਣੇ ਨੇ,
इस गद्दी दे 6वें सतगुरु ने धर्म युद्ध करने ने। इस गद्दी दे 9वें सतगुरु ने धर्म वास्ते, संसार दे भले वास्ते, तिलक जंजू दी राखी वास्ते दिल्ली जाके शहादत देनी है। इस गद्दी दे 10वें सतगुरु ने सरबंस कुर्बान करना है। इस संसार दे भले वास्ते, देश वास्ते, कौम वास्ते, धर्म वास्ते बड़े बड़े दुख झलने ते कुर्बानियां देनियां पैणियां। ते झोली करके मंगिया कि संसार दे भले वास्ते ये दुख, ये कुर्बानियां मेरी झोली पाओ। ऐसे माता भानी जी होए ने, जिन्हां दे गृह विखे धन गुरु अर्जन देव महाराज जी का प्रकाश होया। पिता धन गुरु रामदास महाराज ते आप जी ने दास तो पहला सुनिया कि आप जी दे माता पिता छोटी उम्र दे विच चढ़ाई कर गए सन। आप जी यतीम हो चुके सी ते जेड़े सोचते सन कि इन्हां दा कौन है, कित्थों गुजारा होएगा, उन्होंने ये नहीं सी पता इन्हां दे दर तों लखां ने रोज़ लंगर छकना, लखां ने दातां मंगणियां। वो धन गुरु रामदास महाराज जी ते माता भानी जी के गृह विखे पंचू पातशाह जी का प्रकाश होया। समा आया, इतिहास च आउंदा है कि पंचम पातशाह की एक शादी पहला हुई है, जिन्हां दा नाम माता राम देवी सी ते थोड़े समय बाद वो चढ़ाई कर चुके सन। इतिहासकारों ने लिखा। दूसरे आनंद कारज गुरु के महल माता गंगा जी दे नाल होए ने ते माता गंगा जी दे पिता बाबा किशन चंद जी ते माता धानदेई जी ने, जिन्हां दी इस पुत्री माता गंगा जी ने। नगर माओ है ते जदों रिश्ता होया ना ते उस वेले समय के हिसाब नाल उन्होंने कुछ शर्तां रखियां ने कि बरात ऐसी आवे ताकि साडी इलाके में जायजा होवे, बड़े अमीर चंगे और सोहने वस्त्र होण, बाजे वाजदे आउण जिवें आम कईयां नूं हुंदा है। ऐसियां शर्तां रखेंगियां ते मेरे पंचम पातशाह कहंदे तुहाडीआं शर्तां सारियां पूरियां होणगीआं। ऐसे ही बराती आउणगे। जद तैयारी होई अमृतसर की पावन धरती ते धन गुरु अर्जन देव महाराज जी ने किहड़े बराती चुने ने, किहड़े बराती नाल लए ने। इतिहासकार लिखते ने बाबा बुढ़ा साहब जी वर्गे, साई मियाँ मीर जी वर्गे, भाई सालो जी वर्गे, भाई मंझ जी वर्गे, ऐसे गुरसिख, ऐसे संत धन गुरु अर्जन देव महाराज जी ने ये बराती तैयार किए ने। वो जिहड़े नाम ते बाणी नाल जुड़े हुए ने, सतगुर सच्चे पातशाह जी की बाणी का वचन है, पंडित सूर छत्रपत राजा भगत बराबर और ना कोई। वो सतगुरु पंचम पातशाह ने अपने नाल बराती लए हैं। आओ दास पहले हिस्से में बोलता है, दूसरे हिस्से में सारे भाई, तीसरे हिस्से बीबियां शब्द मिल के बोलन की खेचल कर, कोई रसना खाली ना रहे। जेड़े नाम नाल जुड़े ने, बस्ता टुट्टी झूंपड़ी चीर सब छिन्ना, जात ना पात ना आदरो उद्यान परमिन्ना, मित्र ना इठ ना रूपहीन किश साक ना सिन्ना, राजा सगले शिष्ट का हर नाम मन पिन्ना। मेरे शैव कहंदे चाहे एक छपरी विच रहन वाला रब दा प्यारा होवे, भली सुहावी छापरी जाम है गुण गाए, कित ही कामना धौलर जित हर बिसराए। वो छपरी भागां वाली है जिथे उस माल की सिफ सलाह हुंदी है।
ਤੇ ਜਿੱਥੇ ਉਸ ਮਾਲ ਦਾ ਨਾਮ ਜਪਿਆ ਜਾਂਦਾ, ਜੇ ਉਹ ਸੋਹਣੇ ਚੁਬਾਰੇ ਤੇ ਮਹਿਲ ਹਨ ਤੇ ਉਹ ਵੀ ਸੁਹਾਵਣੇ ਨੇ। ਜਿੱਥੇ ਨਾਮ ਜਪਿਆ ਪ੍ਰਭ ਪਿਆਰੇ, ਸਈ ਅਜ ਦਿਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਬਸਤਾ ਟੁੱਟੀ ਝੂੰਪੜੀ ਚੀਰ, ਸਭ ਛਿੰਨਾ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ। ਜਾਤ ਪਾਤ ਕਰਕੇ ਵੀ ਸੰਸਾਰ ਨਾਲੋਂ ਨੀਵਾਂ ਭਾਵ, ਜਿਹੜੀਆਂ ਜਾਤਾਂ ਨੂੰ ਲੋਕ ਨੀਵੇਂ ਗਿਣਦੇ ਐ, ਮੇਰੇ ਸਾਹਿਬ ਕਹਿੰਦੇ ਜੇਕਰ ਉੱਚੀ ਜਾਤ ਵੀ ਨਹੀਂ ਤੇ ਰਹਿਣ ਵਾਸਤੇ ਘਰ-ਬਾਰ ਨਹੀਂ, ਬਸਤਰ ਵੀ ਉਸ ਦੇ ਐਸੇ ਹਨ। ਜਾਤ ਨਾ ਪਾਤ ਨਾ ਆਦਰੋ ਧਿਆਨ ਪਰਮਿੰਨਾ। ਮਿੱਤ ਨਾ ਇਸ ਦਾ ਰੂਪਹੀਣ ਕਿ ਸਾਖ ਨਾ ਸਿੰਨਾ। ਕੋਈ ਖਾਸ ਰਿਸ਼ਤੇਦਾਰ ਨਹੀਂ, ਕੋਈ ਮਿੱਤਰ ਸੱਜਣ ਨਹੀਂ, ਪਰ ਜੇ ਉਹਦੇ ਅੰਦਰ ਉਸ ਮਾਲ ਦੀ ਸਿਫਤ ਸਲਾਹ ਹੈ, ਨਾਮ ਨਾਲ ਜੁੜਿਆ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਦੁਨੀਆ ਵਾਸਤੇ ਉਹ ਗਰੀਬ ਹੋ ਸਕਦਾ, ਦੁਨੀਆ ਵਾਸਤੇ ਉਹ ਅਤ ਗਰੀਬ ਹੋ ਸਕਦਾ ਹੈ ਕਿ ਇਹ ਗਰੀਬ ਹੈ, ਕੰਗਾਲ ਹੈ, ਇਹਦਾ ਕੋਈ ਭਾਈਚਾਰਾ ਨਹੀਂ, ਰਿਸ਼ਤੇਦਾਰ ਨਹੀਂ, ਕੋਈ ਸੰਬੰਧੀ ਨਹੀਂ, ਕੋਈ ਰਹਿਣ ਨੂੰ ਥਾਂ ਨਹੀਂ। ਪਰ ਸਤਿਗੁਰੂ ਦੀ ਨਜ਼ਰ ਦੇ ਵਿੱਚ ਰਾਜਾ ਸਗਲੇ ਸਿਸ਼ਟ ਕਾ, ਕਹਿੰਦੇ ਇੱਕ ਤਾਂ ਆ ਦੁਨਿਆਵੀ ਰਾਜੇ ਹੁੰਦੇ ਨਾ, ਤੇ ਜਿਹੜਾ ਨਾਮ ਰਤਿਆ ਹੈ ਉਹਦੇ ਬਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਆ ਫਰਮਾਨ ਕਰਦੇ ਆ, ਉਹ ਰਾਜਿਆਂ ਦਾ ਰਾਜਾ ਹੈ। ਉਹਦੇ ਕੋਲ ਕਿਹੜਾ ਰਾਜ ਹੈ? ਭਗਵਤ ਪੀਰ ਸ਼ਕਤ ਸਿਮਨ ਕੀ ਕਟੀ ਕਾਲ ਪੈ ਫਾਸੀ। ਦਾਸ ਕਬੀਰ ਚੜਿਓ ਗੜ ਉਪ ਰਾਜ ਲਿਓ ਅਬਨਾਸੀ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਦੁਨੀਆ ਦੇ ਵਿੱਚ ਇਹ ਤਿੰਨ ਵੱਡੇ ਮੰਨੇ ਗਏ। ਪੰਡਤ ਕਹਿੰਦੇ ਵਿਦਵਾਨ ਨੂੰ, ਸੂਰ ਸੂਰਮਾ, ਛਤਰਪਤੀ ਰਾਜਾ, ਰਾਜਿਆਂ ਦਾ ਭਾਵ ਜਿਸ ਦੇ ਅਧੀਨ ਕਈ ਰਾਜੇ ਹੋਣ, ਸਰਮੌਰ ਹੋਵੇ, ਉਹ ਛਤਰਪਤੀ ਰਾਜਾ। ਤੇ ਮੇਰੇ ਸਤਿਗੁਰ ਕਹਿੰਦੇ ਨੇ ਇਹਨਾਂ ਤਿੰਨਾਂ ਨਾਲੋਂ ਭਗਤ ਬਰਾਬਰ ਔਰ ਨਾ ਕੋਈ। ਰੱਬ ਦਾ ਪਿਆਰਾ, ਗੁਰਮੁਖ, ਗੁਰਸਿੱਖ, ਸੰਤ, ਭਗਤ ਵੱਡਾ ਹੈ। ਉਹਦੇ ਅੰਦਰ ਇਹ ਤਿੰਨੇ ਗੁਣ ਭਰਪੂਰ ਨੇ। ਪੰਡਤ, ਵਿਦਵਾਨ। ਅਸੀਂ ਗੁਰਬਾਣੀ ਪੜ੍ਹਨੇ ਆ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ, ਉੱਥੇ ਭਗਤਾਂ ਦੀ ਬਾਣੀ ਵੀ ਹੈ, ਭੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ ਆਉਂਦੀ ਹੈ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਇਹ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ ਸਨ? ਮੇਰਾ ਭਾਵ ਇਹ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ, ਪੜ੍ਹਨਾ ਬਹੁਤ ਜ਼ਰੂਰੀ ਹੈ। ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀ ਜਾਣਾ, ਪੜ੍ਹਾਈ ਕਰਨੀ ਬੜੀ ਜ਼ਰੂਰੀ ਹੈ। ਪਰ ਇਹ ਜਿਹੜੇ ਭਗਤ, ਇਹਨਾਂ ਦੀ ਬਾਣੀ ਦੀ ਵਿਚਾਰ ਤੇ ਰਿਸਰਚ ਅੱਜ ਦੁਨੀਆ ਦੇ ਵੱਡੇ ਵੱਡੇ ਵਿਦਵਾਨ, ਪ੍ਰੋਫੈਸਰ ਤੇ ਡਾਕਟਰ ਕਰ ਰਹੇ ਨੇ ਪਿਆਰਿਓ, ਉਹਨਾਂ ਭਗਤਾਂ ਦੀ ਬਾਣੀ ਦੀ। ਔਰ ਉਹਨਾਂ ਕੋਲ ਕਿੰਨੇ ਕਿੰਨੇ ਵੱਡੇ ਵਿਦਵਾਨ ਆਉਂਦੇ ਸਨ ਤੇ ਨਿਰੁੱਤਰ ਹੋ ਕੇ ਜਾਂਦੇ ਸਨ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਤੇ ਉਹਨਾਂ ਦੇ ਕੋਲ ਕੁਝ ਪੜ੍ਹੇ ਲਿਖੇ ਪ੍ਰੇਮੀ ਆ ਗਏ। ਕਹਿ ਲਗੇ ਮਹਾਂਪੁਰਸ਼ੋ ਵਿਚਾਰ ਕਰਨੀ ਹੈ। ਕਹਿੰਦੇ ਦੱਸੋ ਭਾਈ। ਕਹਿੰਦੇ ਜੀ ਆ ਜਿਹੜਾ ਬਚਨ ਗੁਰਬਾਣੀ ਵਿੱਚ ਆਉਂਦਾ, ਤਿੰਨ ਕੇ ਬੰਕੇ ਘਰੀ ਨਾ ਆਇਆ, ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕੋ ਰਹਿਣ ਵਿਹਾਣੀ। ਵੀ ਬੰਕੇ ਬਹੁ ਵਚਨ ਹੈ ਤੇ ਆਇਆ ਇੱਕ ਵਚਨ ਹੈ, ਇੱਥੇ ਆਏ ਚਾਹੀਦਾ ਸੀ। ਕਹਿੰਦੇ ਦੇਖੋ, ਸੁਧਾਈ ਤੇ ਆਪਣੇ ਮਨ ਦੀ ਕਰਨੀ ਚਾਹੀਦੀ ਹੈ, ਪਰ ਦੇਖੋ ਗੁਰਬਾਣੀ ਬਾਰੇ ਕਹਿ ਰਹੇ।
ਵੀ ਜਿੱਥੇ ਇਹ ਬੰਕੇ ਕਹਿੰਦੇ ਜੀ ਬਹੁਵਚਨ ਹੈ, ਤੇ ਆਇਆ ਜਿਹੜਾ ਜੀ ਇਹ ਤੇ ਇੱਕ ਵਚਨ, ਇੱਥੇ ਬਹੁਵਚਨ ਚਾਹੀਦਾ ਸੀ ਆਇਆ। ਮਹਾਂਪੁਰਸ਼ ਕਹਿੰਦੇ ਭਾਈ ਦੇਖੋ, ਸਤਿਗੁਰ ਦੀ ਬਾਣੀ ਅਮਰ ਹੈ, ਅਟਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਕੋਈ ਵੀ ਇੱਕ ਅੱਖਰ ਲਗ ਮਾਤਰ ਨਾ ਘਟਾ ਸਕਦਾ ਤੇ ਨਾ ਵਧਾ ਸਕਦਾ। ਲੋੜ ਹੈ ਕਿ ਅਸੀਂ ਨਾਮ ਬਾਣੀ ਨਾਲ ਜੁੜੀਏ, ਜੋ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ। ਕਹਿੰਦੇ ਤੁਸੀਂ ਕਹਿੰਦੇ ਹੋ ਨਾ ਬੰਕੇ ਬਹੁਵਚਨ ਹੈ ਤੇ ਆਇਆ ਇੱਕ ਵਚਨ ਹੈ। ਕਹਿੰਦੇ ਗਏ ਬਹੁਤ ਤੇ ਧਿਆਨ ਦੇਣਾ, ਤੇ ਆਇਆ ਦਾ ਮਤਲਬ ਇੱਕ ਵੀ ਵਾਪਸ ਮੁੜ ਕੇ ਨਹੀਂ ਆਇਆ। ਵਿਚਾਰ ਬਣ ਗਈ ਨਾ, ਗਏ ਬਹੁਤੇ ਸਨ ਤੇ ਤੁਸੀਂ ਕਹਿੰਦੇ ਵੀ ਆਇਆ ਇੱਕ ਵਚਨ ਹੈ, ਭਾਵ ਮੁੜ ਕੇ ਇੱਕ ਵੀ ਨਾ ਆਇਆ। ਹੈਰਾਨ ਹੋ ਗਏ ਪਿਆਰਿਓ। ਰਤਵਾੜਾ ਸਾਹਿਬ ਦੇ ਮਹਾਂਪੁਰਸ਼ ਸਮਾਗਮ ਦੇ ਸਬਜੈਕਟ ਦਿਆ ਕਰਦੇ, ਤੇ ਚੰਗੇ ਚੰਗੇ ਪ੍ਰੋਫੈਸਰ ਡਾਕਟਰ, ਤੇ ਕਈਆਂ ਨੇ ਕਹਿਣਾ ਕਿ ਅਸੀਂ ਜੋ ਬੋਲਾਂਗੇ ਸਟੇਜ ਤੋਂ ਉਹ ਸਮਝ ਆ ਜਾਏਗੀ ਸੰਗਤ ਨੂੰ। ਭਾਵ ਪੜ੍ਹਾਈ ਦਾ ਮਾਣ ਹੁੰਦਾ ਵੀ ਸਾਡੀ ਵਿਚਾਰ, ਸਾਡਾ ਕਿਹਾ ਹੋਇਆ ਤਾਂ ਅੱਗੇ ਡਿਗਰੀਆਂ ਵਾਲੇ ਚਾਹੀਦੇ ਆ ਸੁਣਨ ਨੂੰ। ਮਹਾਂਪੁਰਸ਼ਾਂ ਨੇ ਇੱਕ ਨੂੰ ਸ਼ਬਦ ਦਾ ਸਬਜੈਕਟ ਦਿੱਤਾ, 40 ਮਿੰਟ ਉਹ ਬੋਲਦੇ ਰਹੇ, ਤੇ ਜਿੱਥੋਂ ਛੱਡਿਆ ਉੱਥੋਂ ਹੀ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ ਤੇ ਸ਼ੁਰੂ ਕਰ ਦਿੱਤਾ। ਉਹ ਆਨੰਦਮਈ ਕੋਸ਼ ਤੱਕ ਉਹਨਾਂ ਨੇ ਛੱਡ ਦਿੱਤਾ, ਉੱਥੋਂ ਸ਼ੁਰੂ ਕੀਤਾ ਤਾਂ ਮਹਾਂਪੁਰਸ਼। ਉਹਨਾਂ ਨੇ ਕਿਹਾ ਮੈਂ ਸਮਝਦਾ ਸੀ ਕਿ ਇਹ ਤਾਂ ਆਮ ਚਿੱਟੇ ਕੱਪੜੇ ਪਾਈ ਫਿਰਦੇ ਆ, ਪਰ ਹੁਣ ਪਤਾ ਲੱਗਾ ਕਿ ਨਹੀਂ, ਅਨੁਭਵੀ ਮਹਾਂਪੁਰਸ਼ ਨੇ। ਬੜੇ ਬੜੇ ਜੋਗੀ, ਬੜੇ ਬੜੇ ਪੜ੍ਹੇ ਲਿਖੇ ਮਹਾਂਪੁਰਸ਼ਾਂ ਕੋਲ ਆਇਆ ਕਰਦੇ, ਔਰ ਸਤਿਗੁਰ ਦੀ ਬਾਣੀ ਦੇ ਵਿੱਚ ਜਿਹੜੀ ਦਾਤ ਭਗਤਾਂ ਦੀ ਬਾਣੀ ਹੈ, ਉਹਨਾਂ ਕੋਲ ਕਿੰਨੇ ਕਿੰਨੇ ਵਿਦਵਾਨ ਪੰਡਤ ਆਉਂਦੇ ਪਿਆਰਿਆ। ਇਸ ਕਰਕੇ ਜਿਹੜਾ ਰੱਬ ਦਾ ਪਿਆਰਾ ਹੈ, ਜਿਹਦੇ ਅੰਦਰ ਨਾਮ ਦਾ ਨਿਵਾਸ ਹੈ, ਉੱਥੇ ਸਾਰੀਆਂ ਵਿਦਿਆ ਆ ਜਾਂਦੀਆਂ, ਸਾਰਾ ਗਿਆਨ ਆ ਜਾਂਦਾ। ਪੰਡਤ, ਸੂਰ ਕਹਿੰਦੇ ਸੂਰਮਾ। ਸਭ ਤੋਂ ਵੱਡਾ ਸੂਰਮਾ ਕਿਹੜਾ ਹੈ? ਜੇ ਕੋਈ ਸਾਰੇ ਸੰਸਾਰ ਨੂੰ ਜਿੱਤ ਲਵੇ, ਕਹੇ ਮੈਂ ਸੂਰਮਾ ਹਾਂ, ਮੈਂ ਜਗਜੀਤ ਹਾਂ, ਤੇ ਮੇਰੇ ਸਤਿਗੁਰ ਕਹਿੰਦੇ ਨਹੀਂ। ਸੂਰਮਾ ਕੌਣ ਹੈ? ਜਗਜੀਤ ਕੌਣ ਹੈ? ਮੁੰਦਾ ਸੰਤੋਸ਼ ਸ਼ਰਮ ਪਦ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਧ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਪੰਚਮ ਪਾਤਸ਼ਾਹ ਜੀ ਦੇ ਨਾਲ ਉਹ ਬਰਾਤੀ ਜਿਨ੍ਹਾਂ ਸਤਿਗੁਰ ਦੀ ਕਿਰਪਾ ਨਾਲ ਮਨ ਉਤੇ ਫਤਿਹ ਪਾਈ ਹੋਈ, ਉਹ ਸੂਰਮੇ ਯੋਧੇ, ਉਹ ਗੁਰਮੁਖ, ਉਹ ਸੰਤ ਜਿਹਦੇ ਬਾਰੇ ਬਾਣੀ ਵਿੱਚ ਆ ਬਚਨ ਆਉਂਦਾ, ਮਨ ਜੀਤੈ ਜਗ ਜੀਤ। ਗੁਰੂ ਦੀ ਕਿਰਪਾ ਤੋਂ ਬਗੈਰ ਇਹ ਮਨ ਜਿੱਤਿਆ ਨਹੀਂ ਜਾਂਦਾ। ਇਹ ਵਾਸ਼ੀ ਨੇ ਹੁੰਦਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਤੇ ਜਿਨ੍ਹਾਂ ਨੂੰ ਸਮਰੱਥ ਗੁਰੂ ਨਹੀਂ ਨਾ ਮਿਲੇ, ਉਹਨਾਂ ਵੱਡਿਆਂ ਵੱਡਿਆਂ ਦੀਆਂ ਬਾਜ਼ੀਆਂ ਮਨ ਨੇ ਲਵਾ ਦਿੱਤੀਆਂ ਨੇ। ਗੋਰਖਨਾਥ ਦਾ ਗੁਰੂ ਮਸ਼ਿੰਦਰ ਨਾਥ ਸੀ, ਧਿਆਨ ਦੇਣਾ। ਰਿੱਧੀਆਂ ਸਿੱਧੀਆਂ ਤਪੱਸਿਆ ਕਰਕੇ, ਪ੍ਰਾਣਾਯਾਮ ਕਰਕੇ ਪ੍ਰਾਪਤ ਨੇ। ਤਾਂ ਜਿਸ ਵੇਲੇ ਇਹਨੂੰ ਪਤਾ ਲੱਗਾ ਕਿ ਲੰਕਾ ਦਾ ਰਾਜਾ ਅਮਰੂ ਚੜ੍ਹਾਈ ਕਰ ਗਿਆ, ਇਹਨੇ ਆਪਣਾ ਸਰੀਰ ਕੰਦਰਾਂ ਵਿੱਚ ਰੱਖਿਆ ਤੇ ਆਪਣੀ ਰੂਹ ਜਿਹੜੀ ਸੀ ਰਾਜੇ ਅਮਰੂ ਦੇ ਸਰੀਰ ਵਿੱਚ ਪਾ ਲਈ। ਕਿਉਂਕਿ ਇਹ ਲੰਕਾ ਜਾਂਦਾ ਸੀ, ਉਹ ਸੇਵਕ ਸੀ ਇਸਦਾ। ਇਹਦੀਆਂ ਅੱਖਾਂ ਨੇ ਰਾਜੇ ਅਮਰੂ ਦੀਆਂ ਰਾਣੀਆਂ ਦੇ ਰੂਪ ਤੱਕੇ ਹੋਏ ਸਨ, ਤੇ ਸਭ ਕੁਛ ਅੰਦਰ ਵਸਿਆ ਹੋਇਆ। ਕਿਉਂਕਿ ਜੋ ਮਨੁੱਖ ਦੇਖਦਾ, ਸੁਣਦਾ, ਬੋਲਦਾ, ਖਾਂਦਾ, ਉਹਦਾ ਸਾਰਾ ਅਸਰ ਹੈ ਅੰਦਰ। ਆ ਬਾਹਰਲੀ ਵੀਡੀਓ ਤੇ ਖਰਾਬ ਹੋ ਜਾਏਗੀ, ਪਰ ਉਹ ਨਹੀਂ ਖਰਾਬ ਹੁੰਦੀ। ਅੱਖੀਂ ਵੇਖਾਂ ਰੱਜੀਆਂ ਬਹੁ ਰੰਗ ਤਮਾਸ਼ੇ।
ਇਹਨੇ ਆਪਣੀ ਰੂਹ ਰਾਜੇ ਅਮਰੂ ਦੇ ਸਰੀਰ ਵਿੱਚ ਪਾ ਲਈ। ਇਹਦਾ ਭਾਵ ਕੀ ਹੈ ਕਿ ਅੰਦਰੋਂ ਵਾਸ਼ਨਾ ਨਹੀਂ ਖਤਮ ਹੋਈ। ਪੁਰਾਣਾ ਜਾਮ ਕਰਕੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਛ ਦੇਰ ਵਾਸਤੇ ਐਂ ਕਹਿ ਦਈਏ ਬੇਹੋਸ਼ ਤਾਂ ਹੋ ਜਾਂਦੇ ਨੇ, ਪਰ ਮਰਦੇ ਨਹੀਂ, ਕਿਉਂਕਿ ਮਨ ਨਹੀਂ ਮਰਿਆ। ਮਨ ਮਰਦਾ ਸ਼ਬਦ ਨਾਲ। ਕਿਸੇ ਦੀ ਬਾਜੀ ਕਾਮ ਨੇ ਲਵਾ ਦਿੱਤੀ, ਕਿਸੇ ਦੀ ਕ੍ਰੋਧ ਨੇ ਲਵਾ ਦਿੱਤੀ, ਕਿਸੇ ਦੀ ਲੋਭ ਨੇ, ਕਿਸੇ ਦੀ ਮੋਹ ਨੇ, ਕਿਸੇ ਦੀ ਹੰਕਾਰ ਨੇ। ਵੱਡਿਆਂ ਵੱਡੇ ਦੀਆਂ ਬਾਜ਼ੀਆਂ ਲੱਗੀਆਂ। ਗੋਰਖ ਦੀ ਜਦੋਂ ਵਿਚਾਰ ਇੱਕ ਮਹਾਤਮਾ ਬਾਲ ਗੰਦਾਈ ਜੀ ਨਾਲ ਹੋਈ ਹੈ ਨਾ, ਤੇ ਉਹਨੇ ਕਿਹਾ ਤੂੰ ਮੇਰੇ ਨਾਲ ਤੇ ਕਰਨਾ, ਤੇਰਾ ਗੁਰੂ ਕਿੱਥੇ ਹੈ? ਪਹਿਲਾਂ ਉਹ ਤਾਂ ਦੇਖ ਕਰ ਕੀ ਰਿਹਾ। ਫਿਰ ਗੋਰਖਨਾਥ ਨੇ ਜਾ ਕੇ ਕੱਢਿਆ ਸੀ। ਮਛਿੰਦਰਨਾਥ ਦਾ ਮਨ ਡੋਲ ਗਿਆ, ਮਨ ਨੇ ਬਾਜੀ ਲਵਾ ਦਿੱਤੀ। ਭਰਥਰੀ ਨੇ ਰਾਜ ਭਾਗ ਛੱਡਿਆ, ਜੰਗਲਾਂ ਵਿੱਚ ਰਹਿੰਦਾ ਹੈ, ਬੜੇ ਤਪ ਸਾਧਨ ਕਰਦਾ ਹੈ। ਅੱਜ ਭਰਥਰੀ ਤੁਰਿਆ ਜਾ ਰਿਹਾ ਹੈ ਤੇ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ ਤੇ ਸੂਰਜ ਦੀ ਕਿਰਨ ਉਹਦੇ ਵਿੱਚ ਪੈ ਰਹੀ ਸੀ। ਤੇ ਜਦ ਭਰਥਰੀ ਨੇ ਦੇਖਿਆ ਤੇ ਭੁਲੇਖਾ ਖਾਧਾ ਵੀ ਇਹ ਲਾਲ ਹੈ, ਤੇ ਮਨ ਨੇ ਕਿਹਾ ਚੱਕ ਲੈ। ਇਸ ਮਨ ਨੂੰ ਮਹਾਪੁਰਸ਼ ਬੁੱਕਲ ਦਾ ਨਾਂ ਕਿਆ ਕਰਦੇ, ਇਹਦਾ ਕੋਈ ਪਤਾ ਨਹੀਂ। ਉਦੋਂ ਹੀ ਪਤਾ ਲੱਗਦਾ ਜਦੋਂ ਡੰਗ ਮਾਰ ਜਾਂਦਾ। ਮਨ ਨੇ ਕਿਹਾ ਚੱਕ ਲੈ। ਜਦ ਹੱਥ ਪਾਇਆ ਤੇ ਹੱਥ 'ਚ ਪਾਨ ਦੀ ਥੁੱਕ ਆ ਗਈ। ਉਹ ਮਨਾ ਇਹ ਕੀ ਕੀਤਾ ਹੈ? ਰਾਜ ਭਾਗ ਛੱਡ ਦਿੱਤਾ। ਉੱਥੇ ਹੀਰੇ ਤੇ ਲਾਲ ਸਨ, ਤੇ ਇੱਥੇ ਪਾਨ ਦੀ ਥੁੱਕ ਤੇ ਮਰ ਗਿਆ ਡਿੱਗ ਪਿਆ। ਤੂੰ ਪਤਾ ਉਦੋਂ ਲੱਗਦਾ ਜਦੋਂ ਮਨ ਡੰਗ ਮਾਰ ਦਿੰਦਾ ਹੈ। 68-69 ਦਾ ਬਚਨ ਹੈ। ਇੱਕ ਪ੍ਰੇਮੀ ਉਹਨੇ ਟਰੈਕਟਰ ਟਰਾਲੀ ਲਿਆ ਤੇ 75-80 ਕਿਲੋਮੀਟਰ ਤੋਂ ਸ੍ਰੀ ਨਾਨਕਮਤਾ ਸਾਹਿਬ, ਹੁਣ ਉੱਤਰਾਖੰਡ 'ਚ ਆ ਗਿਆ, ਪਹਿਲਾਂ ਯੂਪੀ ਸੀ ਸਾਰੀ। ਆਲੇ ਦੁਆਲੇ ਸਾਰਿਆਂ ਨੂੰ ਕਿਹਾ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਮੈਂ ਟਰੈਕਟਰ ਟਰਾਲੀ ਲਿਆ ਤੇ ਆਓ ਸ੍ਰੀ ਨਾਨਕਮਤਾ ਸਾਹਿਬ ਦੇ ਦਰਸ਼ਨ, ਮੱਸਿਆ ਦੇ ਦੀਵਾਨ ਲੱਗਦੇ ਸਨ ਤੇ ਸੰਗਤਾਂ ਨੂੰ ਮੈਂ ਦਰਸ਼ਨ ਇਸ਼ਨਾਨ ਕਰਾਉਣੇ ਆ। ਟਰਾਲੀ 'ਚ ਸੰਗਤ ਬੈਠੀ ਆਲੇ ਦੁਆਲੇ ਦੀ, ਰਸਤੇ ਸੰਗਤ ਦੀ ਸੇਵਾ ਕਰਦਾ ਗਿਆ। ਸ੍ਰੀ ਨਾਨਕਮਤਾ ਸਾਹਿਬ ਜਾ ਕੇ 100 ਰੁਪਏ ਦੀ ਦੇਗ ਕਰਾਈ। ਜਿਹੜੀ ਜ਼ਮੀਨ ਅੱਜ 25-30 ਲੱਖ ਨੂੰ ਏਕੜ ਹੈ, ਉਸ ਵੇਲੇ ਕੋਈ 3000 ਨੂੰ ਏਕੜ ਸੀ। ਹਿਸਾਬ ਲਾਓ। ਤੇ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਜੀ ਦਾ। ਜਿਸ ਵੇਲੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਸ ਸਮੇਂ ਪਲਾਸਟਿਕ ਦੀਆਂ ਜੁੱਤੀਆਂ ਨਵੀਆਂ ਨਿਕਲੀਆਂ ਸਨ, ਤੇ 2-3 ਰੁਪਏ ਤੋਂ ਲੈ ਕੇ 5 ਰੁਪਏ ਤੱਕ ਵੱਧ ਤੋਂ ਵੱਧ ਇਹਦੀ ਕੀਮਤ ਸੀ। ਤੇ ਜਿਹੜੀ ਇਹਦੀ ਜੁੱਤੀ ਸੀ ਨਾ, ਉਹ ਇੱਕ ਦੋ ਜਗ੍ਹਾ ਤੋਂ ਟੁੱਟੀ ਸੀ ਪਲਾਸਟਿਕ ਦੀ, ਤੇ ਉਹਦੇ ਨਾਲ ਉਸੇ ਰੰਗ ਦੀ ਨਵੀਂ ਪਈ ਸੀ। ਤੇ ਮਨ ਨੇ ਕਿਹਾ ਵੀ ਆਹ ਪਾ ਲੈ। ਦੇਖੋ, ਇਹ ਹੈ ਮਨ। ਆਪਣੀ ਛੱਡ ਦਿੱਤੀ। ਇੱਕ ਪਾਸੇ ਸੰਗਤਾਂ ਨੂੰ ਲੈ ਕੇ ਗਿਆ, ਤੇਲ ਪਵਾਇਆ, ਸੰਗਤਾਂ ਦੀ ਸੇਵਾ ਕਰਿਆ। ਉੱਥੇ ਜਾ ਕੇ 100 ਰੁਪਏ ਦੀ ਨਮਸਕਾਰ ਕੀਤੀ ਹੈ, ਦੇਗ ਕਰਾਈ ਹੈ, ਸ਼ੁਕਰਾਨਾ ਕੀਤਾ ਹੈ। ਤੇ ਇੱਕ ਪਾਸੇ 2-4 ਰੁਪਏ ਦੀ ਜੁੱਤੀ ਪਾ ਲਈ। ਮਨ ਨੇ ਡੰਗ ਚਲਾਤਾ। ਬਾਅਦ ਵਿੱਚ ਹੋਸ਼ ਆਈ ਵੀ ਕੀ ਬਣਿਆ। ਉਹ ਮਨਾ, ਤੂੰ 2-4 ਰੁਪਏ ਦੀ ਜੁੱਤੀ ਨਹੀਂ ਸੀ ਲੈ ਸਕਦਾ। ਪਰ ਨਹੀਂ, ਡੰਗ ਚੱਲ ਜਾਂਦਾ। ਇਹ ਕਥਾਕਾਰ ਸਟੇਜ ਤੇ ਸੁਣਾਉਂਦਾ ਹੈ, ਕਹਿੰਦਾ ਮੇਰੇ ਨਾਲ ਕੀ ਹੋਇਆ। ਕਹਿੰਦਾ ਮੈਂ ਬਾਜ਼ਾਰ 'ਚ ਸਬਜ਼ੀ ਲੈਣ ਗਿਆ, ਕਾਫੀ ਸਾਲਾਂ ਦਾ ਬਚਨ ਹੈ। ਸਬਜ਼ੀ ਵਾਲੇ ਨੂੰ ਮੈਂ ਪੈਸੇ ਦਿੱਤੇ ਤੇ ਉਹਨੇ ਪਿੱਛੇ ਨੂੰ ਮੂੰਹ ਕੀਤਾ, ਗੋਲ ਵਿੱਚੋਂ ਮੈਨੂੰ ਬਕਾਇਆ ਦੇਣਾ ਸੀ। ਤੇ ਕਹਿੰਦਾ ਮੈਂ ਆਲੂਆਂ ਵਾਲੇ ਟੋਕਰੇ ਦੇ ਨਾਲ ਖੜਾ ਸੀ, ਮੇਰੇ ਹੱਥ ਦੇ ਨਾਲ ਥੈਲਾ ਲਟਕ ਰਿਹਾ ਸੀ ਜਿਹਦੇ ਵਿੱਚ ਮੈਂ ਸਬਜ਼ੀ ਪਾਈ ਸੀ। ਤੇ ਮਨ ਨੇ ਕਿਹਾ ਵੀ ਆਲੂ 2-4 ਸੁੱਟ ਲੈ, ਤੇ ਮੈਂ ਉਂਗਲ ਨਾਲ ਥੈਲੇ ਵਿੱਚ 2-4 ਆਲੂ ਸੁੱਟ ਲਏ। ਇਹ ਕਿਹੜਾ ਦੇਖਦਾ ਹੈ? ਉਹ ਮਨਾ ਕੀ ਕੀਤਾ ਹੈ? ਕਥਾ ਕਰਨਾ, ਤੂੰ ਸਟੇਜ ਤੇ ਬੋਲਣਾ, ਪਰ ਤੇਰਾ ਆਪਣਾ ਜੀਵਨ ਕੀ ਹੈ, ਮੈਂ ਤੇਰੇ ਬਾਰੇ ਮਨਾ ਲੋਕਾਂ ਨੂੰ ਦੱਸਿਆ ਕਰਾਂਗਾ। ਇਹ ਮਨ ਹੈ। ਅੱਜ ਭਰਥਰੀ ਦੇ ਨਾਲ ਜਦੋਂ ਧੋਖਾ ਮਨ ਨੇ ਕੀਤਾ ਤੇ ਭਰਥਰੀ ਪਛਤਾਇਆ। ਭਰਥਰੀ ਨੇ ਆਪਣੇ ਜੀਵਨ ਦਾ ਸੱਚ ਸੰਸਾਰ ਨੂੰ ਦੱਸਿਆ।
ਆਮ ਮਨੁੱਖ ਦਾ ਸੁਭਾਅ ਹੈ, ਉਹ ਗੁਣ ਦੱਸਦਾ ਤੇ ਔਗਣ ਨਹੀਂ ਦੱਸਦਾ। ਪਰ ਭਰਤੀ ਨੇ ਜਿੱਥੇ ਵੀ ਇਹਦਾ ਪੈਰ ਤਿਲਕਿਆ ਨਾ ਸੰਸਾਰ ਨੂੰ ਦੱਸਿਆ, ਉੱਥੇ ਭਰਤੀ ਉਚਾਰਨ ਕਰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਜਿਸ ਦਾ ਮਨ ਰੂਪੀ ਦੁਸ਼ਮਣ ਜਿਉਂਦਾ ਉਹਦੇ ਸਾਰੇ ਦੁਸ਼ਮਣ ਜਿਉਂਦੇ ਨੇ, ਤੇ ਜਿਸ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਉਹਨੇ ਸਾਰੇ ਦੁਸ਼ਮਣਾਂ ਨੂੰ ਜਿੱਤ ਲਿਆ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਮਨ ਜੀਤੈ ਜਗ ਜੀਤ। ਜਿਹੜੇ ਗੁਰੂ ਕੇ ਸਿੱਖ ਸੰਤ ਨੇ, ਗੁਰਮੁਖ ਨੇ, ਗੁਰਸਿੱਖ ਤੇ ਸੰਤ ਦੋ ਨਹੀਂ, ਇੱਕੋ ਹੀ। ਸੰਤ ਕਿਸੇ ਭੇਖ ਦਾ ਨਾਂ ਨਹੀਂ, ਸੰਤ ਕਿਸ ਨੂੰ ਕਹਿੰਦੇ ਆ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਦ, ਧਨ ਸਹੀ ਨਾਨਕਾ ਪੂਰਨ ਸੋਈ ਸੰਤ। ਗੁਰਸਿੱਖ ਵੀ ਉਹ ਹੀ ਹੈ। ਧੰਨ ਗੁਰੂ ਰਾਮਦਾਸ ਮਾਰ ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਕੇ ਸਿੱਖ ਹੀ ਸੰਤ ਹਨ, ਉਹੀ ਸੰਤ ਸਿਪਾਹੀ ਹਨ। ਤੇ ਉਹਨਾਂ ਨੇ ਮਨ ਨੂੰ ਕਿਵੇਂ ਜਿੱਤਿਆ? ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਆਉਂਦਾ, ਜਿੱਥੇ ਹੋਰ ਬੇਅੰਤ ਬਚਨ ਆਉਂਦੇ, ਇੱਕ ਜਗ੍ਹਾ ਫਰਮਾਨ ਆਉਂਦਾ, ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, 5-25 ਮੋਹ ਮਦ ਮਦ ਸਰ ਆਡੀ ਪਰਮਲ ਮਾਇਆ। ਆ ਸਰੀਰ ਰੂਪੀ ਕਿਲਾ, ਆ 5 ਤੱਤ 25 ਪ੍ਰਕਿਰਤੀਆਂ, ਤੇ ਮਾਇਆ ਦਾ ਕਿੰਨਾ ਜ਼ੋਰ ਹੈ। 5-25 ਮੋਹ ਮਦ ਸਰ ਆਡੀ ਪਰਮਲ ਮਾਇਆ, ਜਨ ਗਰੀਬ को जोर ना पहुंचे, कहा करो रगराया। ਕਾਮ ਕਵਾਨੀ ਦੁਖ ਸੁ ਦਰਵਾਨੇ, ਪਾਪੋਂ ਦਰਵਾਜਾ। ਕਾਮਨਾ ਦੇ ਕੁਆਲ ਲੱਗੇ ਹੋਏ, ਕਾਮ ਕੁਆਰੀ, ਦੁੱਖ ਸੁਖ ਦਰਵਾਨੇ। ਕਾਮਨਾ ਦੇ ਕੁਆਲ ਲੱਗੇ ਹੋਏ ਨੇ, ਦੁੱਖ ਸੁਖ ਇਹਦੇ ਪਹਿਰੇਦਾਰ ਬਣੇ ਨੇ, ਪਾਪ ਤੇ ਪੁੰਨ ਦਾ ਦਰਵਾਜਾ ਹੈ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਵਾਵਾਸੀ ਰਾਜਾ। ਕ੍ਰੋਧ ਪ੍ਰਧਾਨ ਬਣਿਆ ਹੋਇਆ ਤੇ ਮਨ ਆਕੀ ਹੋਇਆ ਪਿਆ। ਇਹ ਸਾਰੀਆਂ ਫੌਜਾਂ ਮਨ ਦੀਆਂ ਹਨ। ਸਵਾਦ ਸਨਾਹਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ। ਸਵਾਦ ਦੀ ਇਹਨੇ ਸੰਜੋ ਪਹਿਨੀ ਹੋਈ ਹੈ। ਸਵਾਦ ਸਨਾਹਾ ਟੋਪ ਮਮਤਾ ਕੋ, ਮਮਤਾ ਦਾ ਟੋਪ ਪਹਿਨਿਆ ਹੋਇਆ। ਕਬੁੱਧ ਪੁੱਠੀ ਮੱਤ ਦੀ ਇਹਦੇ ਹੱਥ ਕਮਾਨ ਹੈ। ਤੇ ਕਿਹੜੇ ਤੀਰ ਚਲਾਉਂਦਾ ਹੈ? ਤ੍ਰਿਸ਼ਨਾ ਤੀਰ ਹੈ ਘਟ ਪੀਤਰ, ਇਉਂ ਗਲ ਲਿਓ ਨਾ ਜਾਏ। ਤ੍ਰਿਸ਼ਨਾ ਦੇ ਤੀਰ ਦਿਨ ਰਾਤ ਚਲਾ ਰਿਹਾ, ਉੱਥੇ ਸੁੱਖ ਕਿੱਥੇ ਹੈ? ਤ੍ਰਿਸ਼ਨਾ ਤੀਰ ਹੈ ਘਟ ਪੀਤਰ, ਇਉਂ ਗਲ ਲਿਓ ਨਾ ਜਾਏ। ਤੇ ਕਹਿੰਦੇ ਹੁਣ ਫਿਰ ਕਿਵੇਂ ਕਿਲੇ ਨੂੰ ਫਤਿਹ ਕੀਤਾ, ਕਿਵੇਂ ਮਨ ਕਾਬੂ ਆਇਆ? ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਪ੍ਰੇਮ ਪਲੀਤਾ ਸੁਰਤ ਹਵਾਈ,